ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਇਕ ਓੰਕਾਰ, ਸਤਿਗੁਰ ਪ੍ਰਸਾਦ। ਸਤ ਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੋਂ ਦਿੜੇ, ਕਾਲ ਕੇਵਲ ਨਾਮ ਆਧਾਰ। ਪਾਰ ਕੈਸੇ ਪਾਏ ਬੋਰੇ, ਮੋਸੋ ਕਉ ਨਾ ਕਹਿ ਸਮਝਾਏ। ਜਾਤੇ ਆਵਾ ਗਵਨ ਬਿਲਾਏ ਰਹਾਉ, ਬਹੁ ਬਿਧ ਧਰਮ ਨਿਰੂਪੀਐ। ਕਰਤਾ ਦੀਸੈ ਸਭ ਲੋਏ, ਕਵਨ ਕਰਮ ਤੇ ਛੂਟੀਐ। ਜਿਹੇ ਸਾਧੇ ਸਭ ਸਿੱਧ ਹੋਏ, ਕਰਮ ਅਕਰਮ ਵਿਚਾਰੀਐ। ਸ਼ੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦੈ ਵਸੈ। ਕੌਣ ਹਿਰੈ ਅਭਿਮਾਨ, ਬਾਹਰ ਉਦਕ ਪਖਾਰੀਐ। ਘਟ ਭੀਤਰ ਬਵੇਦ ਵਿਕਾਰ, ਸੁਧ ਕਵਨ ਪਰ ਹੋਏ ਬੋ। ਸੁਚ ਕੁੰਚਰ ਬਿਦ ਵਿਵਹਾਰ, ਸੁਧ ਕਵਨ ਪਰ ਹੋਏ ਬੋ। ਸੁਚ ਕੰਚਰ ਬਿਦ ਵਿਵਹਾਰ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਵਾਸਤੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਗਤ ਰਵਿਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦਾ ਪਹਿਲੇ 4 ਬੰਦਾਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਹ ਪਾਵਨ ਸ਼ਬਦ ਰਾਗ ਗੌੜੀ ਬੈਰਾਗਣ ਦੇ ਅੰਦਰ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 346 ਉੱਤੇ ਸੁਭਾਏਮਾਨ ਹੈ। ਆਪ ਜੀ ਨੇ ਇਸ ਪਾਵਨ ਸ਼ਬਦ ਦੇ ਪਹਿਲੇ 4 ਬੰਦਾਂ ਦਾ ਪਾਠ ਸ਼ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਕੁੱਲ 8 ਬੰਦ ਹਨ, ਜਿਸ ਵਿੱਚੋਂ ਅਸੀਂ ਅੱਜ ਪਹਿਲੇ 4 ਬੰਦਾਂ ਦੀ ਵਿਚਾਰ ਕਰਾਂਗੇ। ਬਾਕੀ ਰਹਿੰਦੇ 4 ਬੰਦਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਭਗਤ ਰਵਿਦਾਸ ਮਹਾਰਾਜ ਜੀ ਨੇ ਅੱਜ ਇਸ ਪਾਵਨ ਸ਼ਬਦ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ, ਜਿਹੜੇ ਲੋਕ ਕਰਮ ਕਾਂਡ ਕਰਦੇ ਆ, ਜਿਹੜੇ ਲੋਕ ਪਖੰਡ ਕਰਦੇ ਆ, ਵਹਿਮਾਂ ਭਰਮਾਂ ਵਿੱਚ ਪਏ ਹੋਏ ਆ, ਜਿਹੜੇ ਲੋਕ ਕਹਿੰਦੇ ਆ ਕਿ ਭਾਈ ਜੇਕਰ ਅਸੀਂ ਇਹ ਕਰਮ ਕਾਂਡ ਕਰਾਂਗੇ, ਇਹ ਕਰਮ ਕਰਾਂਗੇ ਤੇ ਸਾਡਾ
ਪਾਰ ਉਤਾਰਾ ਹੋ ਸਕਦਾ ਹੈ। ਰਵਿਦਾਸ ਮਹਾਰਾਜ ਜੀ ਨੇ ਇਹੋ ਜਿਹੇ ਕਰਮ ਕਾਂਡ ਕਰਨ ਵਾਲੇ ਸਾਰੇ ਲੋਕਾਂ ਨੂੰ ਸਵਾਲ ਕੀਤਾ ਹੈ। ਉਹਨਾਂ ਦੇ ਸਾਹਮਣੇ ਉਹਨਾਂ ਨੇ ਸਵਾਲ ਰੱਖਿਆ ਹੈ, ਉਹਨਾਂ ਨੇ ਸਵਾਲ ਪੁੱਛਿਆ ਹੈ ਕਿ ਤੁਸੀਂ ਕਹਿੰਦੇ ਕਿ ਭਾਈ ਇਹੋ ਜਿਹੇ ਕਰਮ ਕਾਂਡ ਕਰਨੇ ਚਾਹੀਦੇ ਆ, ਇਹ ਰਸਮਾਂ ਕਰਨੀਆਂ ਚਾਹੀਦੀਆਂ ਨੇ, ਇਹ ਜਿਹੜੇ ਧਰਮ ਦੇ ਨਾਂ 'ਤੇ ਜਿਹੜੇ ਤੁਸੀਂ ਪਖੰਡ ਕਰਦੇ ਹੋ ਇਹ ਕਰਨੇ ਚਾਹੀਦੇ ਆ। ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਪਰ ਇਹਨਾਂ ਕਰਮ ਕਾਂਡਾਂ ਨਾਲ, ਇਹੋ ਜਿਹੇ ਕਰਮ ਕਰਨ ਦੇ ਨਾਲ ਤੁਹਾਡਾ ਜੀਵਨ ਕਿਵੇਂ ਪਾਰ ਹੋ ਸਕਦਾ ਹੈ। ਪਹਿਲੇ 4 ਬੰਦਾਂ ਦੇ ਵਿੱਚ ਰਵਿਦਾਸ ਮਹਾਰਾਜ ਜੀ ਨੇ ਸਵਾਲ ਹੀ ਕੀਤਾ ਆ ਕਿ ਕਿਵੇਂ ਪਾਰ ਹੋਇਆ ਜਾ ਸਕਦਾ ਹੈ। ਅਗਲੇ 4 ਬੰਦਾਂ ਦੇ ਵਿੱਚ ਰਵਿਦਾਸ ਮਹਾਰਾਜ ਜੀ ਨੇ ਤਰੀਕਾ ਵੀ ਦੱਸਿਆ ਆ ਕਿ ਭਾਈ ਜੇਕਰ ਜੀਵਨ ਦੇ ਵਿੱਚ ਤੁਸੀਂ ਇਸ ਰਾਹ 'ਤੇ ਚੱਲੋਗੇ ਤਾਂ ਤੁਹਾਡਾ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ, ਤੁਹਾਡੇ ਜੀਵਨ ਦੀ ਅਵਸਥਾ ਉੱਚੀ ਹੋ ਜਾਵੇਗੀ। ਕਿਹੜੀ ਅਵਸਥਾ? ਨਾਨਕ ਬੱਧਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ। ਕਿਹੜੀ ਅਵਸਥਾ ਆ? ਉਹ ਆਤਮਿਕ ਅਵਸਥਾ ਆ ਜਿੱਥੇ ਨਾ ਜਨਮ ਮਰਨ ਦਾ ਚੱਕਰ ਹੈ, ਨਾ ਦੁੱਖ ਹੈ, ਨਾ ਤਕਲੀਫ ਹੈ, ਜਿੱਥੇ ਸਦਾ ਵਾਸਤੇ ਹੀ ਆਨੰਦ ਹੈ, ਖੇੜਾ ਹੈ। ਰਵਿਦਾਸ ਮਹਾਰਾਜ ਜੀ ਨੇ ਰਹਾਉ ਵਾਲੇ ਬੰਦ ਵਿੱਚ ਸਵਾਲ ਕਰਦੇ ਨੇ, ਪਾਰ ਕੈਸੇ ਪਾਏ ਬੋਰੇ। ਪਾਰ ਦਾ ਅਰਥ ਹੁੰਦਾ ਆ ਕਿ ਸਮੁੰਦਰ ਦਾ, ਭਾਵ ਕਿ ਪਰਲਾ ਕੰਢਾ। ਜਿਵੇਂ ਕੋਈ ਵੀ ਹੈ, ਚਾਹੇ ਉਹ ਸਮੁੰਦਰ ਹੋਵੇ, ਚਾਹੇ ਕੋਈ ਨਦੀ ਆ, ਅਸੀਂ ਉਹਨੂੰ ਪਾਰ ਕਰਨਾ ਆ। ਤੇ ਗੁਰੂ ਪਿਆਰ ਵਾਲਿਓ, ਜੇਕਰ ਅਸੀਂ ਉਹਦੇ ਪਰਲੇ ਕੰਢੇ 'ਤੇ ਜਾਣਾ ਹੈ ਤੇ ਸਾਨੂੰ ਬੇੜੀ ਦਾ ਆਸਰਾ, ਸਾਨੂੰ ਸਮੁੰਦਰੀ ਜਹਾਜ਼ ਦਾ ਆਸਰਾ ਲੈਣਾ ਪੈਣਾ ਆ, ਫਿਰ ਅਸੀਂ ਪਾਰ ਹੋ ਸਕਦੇ ਹਾਂ। ਇਸੇ ਤਰ੍ਹਾਂ ਹੀ ਮਾਲਿਕ ਜੀ ਕਹਿੰਦੇ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਕਹਿੰਦੇ ਜੇਕਰ ਤੂੰ ਆਪਣੇ ਜੀਵਨ ਦੇ ਵਿੱਚ ਪਾਰ ਹੋਣਾ ਹੈ, ਆਪਣੇ ਜੀਵਨ ਨੂੰ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਕਰਨਾ ਹੈ ਜਾਂ ਇਹ ਤੋਂ ਪਾਰ ਲੰਘਣਾ ਹੈ, ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘਣਾ ਹੈ, ਮਾਲਕ ਜੀ ਕਹਿੰਦੇ ਨੇ ਨਾਨਕ ਬੇੜੀ ਸੱਚ ਕੀ। ਕਹਿੰਦੇ ਸੱਚ ਦੀ ਬੇੜੀ ਵਿੱਚ ਬਹਿ ਜਾ, ਤਰੀਏ ਗੁਰ ਵਿਚਾਰ। ਕਹਿੰਦੇ ਫਿਰ ਗੁਰੂ ਬਾਣੀ ਦੀ ਵਿਚਾਰ ਕਰ, ਤੇਰਾ ਜੀਵਨ ਤਰ ਜਾਵੇਗਾ, ਤੇਰਾ ਜੀਵਨ ਪਾਰ ਹੋ ਜਾਵੇਗਾ। ਮਾਲਿਕ ਜੀ ਕਹਿੰਦੇ ਪਾਰ ਕੈਸੇ ਪਾਏ ਬੋਰੇ। ਕਹਿੰਦੇ ਹੇ ਕਰਮ ਕਾਂਡ ਪਖੰਡ ਕਰਨ ਵਾਲੇ ਲੋਕੋ, ਕਹਿੰਦੇ ਇਹਨਾਂ ਯੁੱਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ ਸੰਸਾਰ ਦਾ ਪਰਲਾ ਬੰਨਾ ਕਿਵੇਂ ਲੱਭੋਗੇ। ਕਿਉਂਕਿ ਇਹਨਾਂ ਯੁੱਗਾਂ ਦੇ ਜਿਹੜੇ ਵੰਡੇ ਹੋਏ ਕਰਮਾਂ ਧਰਮਾਂ ਦੇ ਨਾਲ, ਕਿਉਂਕਿ ਯੁੱਗਾਂ ਦੇ ਵੱਖੋ ਵੱਖਰੇ ਜਿਹੜੇ ਯੁੱਗ ਮੰਨੇ ਗਏ, ਸਤਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ, ਪਰ ਗੁਰਬਾਣੀ ਜਿਹੜੀ ਇਹਨਾਂ ਵਿਚਾਰਾਂ ਨੂੰ ਨਹੀਂ ਮੰਨਦੀ। ਇਹ ਮਿਥਿਆਸ ਹੈ। ਜਿਹੜੇ ਲੋਕ ਇਹਨਾਂ ਵਿਚਾਰਾਂ ਨੂੰ ਮੰਨਦੇ ਨੇ ਕਿ ਭਾਈ ਸਤਯੁੱਗ, ਤ੍ਰੇਤਾ, ਜਿਹੜਾ ਦੁਆਪਰ, ਕਲਯੁੱਗ, ਇਹਨਾਂ ਦੇ ਵਿੱਚ ਕਹਿੰਦੇ ਜਿਹੜੇ ਕਰਮ ਧਰਮ ਕੀਤੇ ਗਿਆ, ਜਿਹਨੇ ਇਹਨਾਂ ਵਿੱਚ ਮੰਨੇ ਗਿਆ ਕਿ ਭਾਈ ਜੇਕਰ ਤੁਸੀਂ ਆਹ ਕਰਮ ਕਰੋਗੇ ਤੁਹਾਡਾ ਜੀਵਨ ਪਾਰ ਹੋ ਜਾਵੇਗਾ। ਪਰ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਮੋਸੋ ਕਉ ਨਾ ਕਹੇ ਸਮਝਾਏ। ਕਹਿੰਦੇ ਤੁਹਾਡੇ ਵਿੱਚੋਂ ਮੈਨੂੰ ਕੋਈ ਵੀ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ। ਜਾਤੇ ਆਵਾਗਮਨ ਵਿਲਾਏ। ਆਵਾਗਮਨ ਦਾ ਅਰਥ ਕੀ ਹੁੰਦਾ? ਆਉਣਾ ਜਾਣਾ, ਜੰਮਣਾ ਮਰਨਾ, ਭਟਕਣਾ। ਗੁਰੂ ਪਿਆਰ ਵਾਲਿਓ, ਉਨਾ ਚਿਰ ਹੀ ਮਨੁੱਖ ਦਾ ਜੀਵਨ ਭਟਕਦਾ ਆ ਜਿੰਨਾ ਚਿਰ ਉਹਦੀ ਮੱਤ ਵਿਕਾਰਾਂ ਦੇ ਵਿੱਚ ਆ, ਜਿੰਨਾ ਚਿਰ ਉਹਦਾ ਮਨ ਗਲਤ ਪਾਸੇ ਚੱਲ ਰਿਹਾ ਆ। ਵੇਖੋ ਜਿਹੜਾ ਸੁਨਿਆਰਾ ਹੁੰਦਾ ਨਾ, ਉਹ ਸੋਨੇ ਨੂੰ ਕੁਠਾਲੀ ਦੇ ਵਿੱਚ ਪਾਉਂਦਾ ਆ, ਤੇ ਸੋਨਾ ਜਿਹੜਾ ਉਨਾ ਚਿਰ ਉਛਲਦਾ ਰਹਿੰਦਾ ਆ, ਉਨਾ ਚਿਰ ਉਹ ਹਿੱਲਦਾ ਰਹਿੰਦਾ ਆ ਜਿੰਨਾ ਚਿਰ ਉਹਦੇ ਵਿੱਚੋਂ ਖੋਟ ਖਤਮ ਨਹੀਂ ਹੁੰਦੀ। ਜਿਵੇਂ ਜਿਵੇਂ ਸੋਨਾ ਗਰਮ ਹੁੰਦਾ ਕੁਠਾਲੀ ਦੇ ਵਿੱਚ, ਉਹਦੇ ਵਿੱਚੋਂ ਖੋਟ ਨਿਕਲਦੀ ਜਾਂਦੀ ਆ, ਨਕਲੀ ਸੋਨਾ ਨਿਕਲਦਾ ਜਾਂਦਾ। ਹੌਲੀ ਹੌਲੀ ਕਰਕੇ ਜਦੋਂ ਉਹ ਆਪਣੀ ਸ਼ੁੱਧਤਾ ਵਿੱਚ ਆ ਜਾਂਦਾ ਆ ਤੇ ਹੌਲੀ ਹੌਲੀ ਕਰਕੇ ਉਹ ਸੋਨਾ ਜਿਹੜਾ ਟਿਕ ਜਾਂਦਾ ਆ। ਇਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਉਦੋਂ ਤੱਕ ਭਟਕਦਾ ਰਹਿੰਦਾ ਆ ਜਦੋਂ ਤੱਕ ਇਹਦੇ ਜੀਵਨ ਦੇ ਵਿੱਚ ਮਿਲਾਵਟ ਹੈ, ਉਨਾ ਚਿਰ ਇਹ ਟਿਕ ਕੇ ਨਹੀਂ ਬੈਠ ਸਕਦਾ।
ਉਨਾ ਚਿਰ ਇਹਦੇ ਜੀਵਨ 'ਚ ਸ਼ਾਂਤੀ ਨਹੀਂ ਆ ਸਕਦੀ ਜਿੰਨਾ ਚਿਰ ਇਹਦਾ ਜੀਵਨ ਵਿਕਾਰਾਂ ਨਾਲ ਭਰਿਆ ਹੋਇਆ। ਜਿਵੇਂ ਜਿਵੇਂ ਇਹਦੇ ਜੀਵਨ ਦੇ ਵਿੱਚੋਂ ਵਿਕਾਰ ਔਗਣ ਨਿਕਲਦੇ ਜਾਣਗੇ ਇਹਦਾ ਜੀਵਨ ਟਿਕਾਅ ਵਿੱਚ ਆਉਂਦਾ ਜਾਵੇਗਾ। ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਜਿੰਨੇ ਵੀ ਆ ਸਾਰੇ ਕਰਮ ਕਾਂਡ ਕਰਦੇ ਹੋ ਕਿ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕੇ ਕਿ ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਜਨਮ ਮਰਨ ਦਾ ਗੇੜ ਮੁੱਕ ਸਕੇ, ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਦਾ ਜਨਮ ਸਫਲਾ ਹੋ ਸਕੇ, ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਦੇ ਜੀਵਨ ਵਿੱਚ ਟਿਕਾਅ ਆ ਸਕੇ, ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਦੇ ਜੀਵਨ ਦਾ ਸ਼ਾਂਤੀ ਖੇੜਾ ਆਨੰਦ ਆ ਸਕੇ। ਕਹਿੰਦੇ ਤੁਸੀਂ ਇਹੋ ਜਿਹਾ ਕੋਈ ਵੀ ਕੰਮ ਕਹਿੰਦੇ ਮੈਨੂੰ ਸਮਝਾ ਕੇ ਨਹੀਂ ਦੱਸ ਸਕੇ। ਰਵਿਦਾਸ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਸਵਾਲ ਕੀਤੇ ਨੇ ਜਿਹੜੇ ਕਰਮ ਕਾਂਡ ਕਰਦੇ ਨੇ, ਜਿਹੜੇ ਵਹਿਮਾਂ ਭਰਮਾਂ ਪਖੰਡਾਂ 'ਚ ਪਏ ਹੋਏ ਆ ਕਿ ਭਾਈ ਆਹ ਕਰਮ ਕਰੋ, ਆਹ ਕਰਮ ਕਰਨ ਦੇ ਨਾਲ ਤੈਨੂੰ ਮੁੱਦਾ ਮੁਕਤੀ ਮਿਲ ਜਾਵੇਗੀ, ਆਹ ਕਰਮ ਕਰੇਗਾ ਤੇਰਾ ਪਾਰ ਉਤਾਰਾ ਹੋ ਜਾਵੇਗਾ। ਮਾਲਕ ਜੀ ਕਹਿੰਦੇ ਨੇ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ। ਕਹਿੰਦੇ ਆਵਾਗਮਨ, ਇਹ ਜਿਹੜਾ ਆਵਾਗਮਨ ਦਾ ਜਿਹੜਾ ਜਨਮ ਮਰਨ ਦਾ ਜਿਹੜਾ ਜੀਵਨ ਦੇ ਵਿੱਚ ਸਰਕਲ ਬਣਿਆ ਹੋਇਆ ਨਾ, ਕਹਿੰਦੇ ਇਹ ਪਤਾ ਨਹੀਂ ਕਿਸ ਤਰ੍ਹਾਂ ਟੁੱਟਣਾ ਆ। ਕਹਿੰਦੇ ਇਹਨੂੰ ਕਿਵੇਂ ਤੋੜਿਆ ਜਾ ਸਕੇ, ਇਹਨੂੰ ਕਿਵੇਂ ਖਤਮ ਕੀਤਾ ਜਾ ਸਕੇ। ਕਰਮ ਕਾਂਡ ਵਹਿਮਾਂ ਭਰਮਾਂ ਵਿੱਚ ਪਏ ਹੋਏ ਲੋਕਾਂ ਵਿੱਚੋਂ ਕੋਈ ਵੀ ਰਵਿਦਾਸ ਮਹਾਰਾਜ ਜੀ ਕਹਿੰਦੇ ਮੈਨੂੰ ਸਮਝਾ ਕੇ ਨਹੀਂ ਦੱਸ ਸਕਿਆ। ਅੱਗੇ ਪਹਿਲੇ ਬੰਦ ਵਿੱਚ ਬਚਨ ਕਰਦੇ ਨੇ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਸਤਜੁਗ ਸਤ, ਮਾਲਕ ਜੀ ਕਹਿੰਦੇ ਨੇ ਰਵਿਦਾਸ ਮਹਾਰਾਜ ਜੀ ਉਹਨਾਂ ਨੂੰ ਸਵਾਲ ਕਰਦੇ ਨੇ, ਕਹਿੰਦੇ ਭਾਈ ਤੁਸੀਂ ਆਖਦੇ ਹੋ ਕਿ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਭਾਵ ਕਿ ਜਿਹੜਾ ਵੀ ਯੁੱਗ ਆਇਆ ਉਹਦੇ ਵਿੱਚ ਜਿਹੜਾ ਕਰਮ ਕੀਤਾ ਗਿਆ ਉਹੀ ਪ੍ਰਧਾਨ ਆ। ਕੁਝ ਕਰਮ ਜਿਹੜੇ ਮਿੱਥੇ ਗਏ ਸੀਗੇ ਕਿ ਜਿਵੇਂ ਸਤਜੁਗ ਆ, ਤ੍ਰੇਤਾ ਆ, ਦੁਆਪਰ ਆ, ਕਲਯੁਗ, ਇਹਨਾਂ ਵਿੱਚ ਕੁਝ ਕਰਮ ਮਿੱਥੇ ਗਏ ਸੀ। ਉਹ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜੇ ਲੋਕ ਇਹ ਕਰਮ ਕਰਨਗੇ ਉਹਨਾਂ ਦੀ ਮੁਕਤੀ ਹੋ ਜਾਵੇਗੀ। ਰਵਿਦਾਸ ਮਹਾਰਾਜ ਜੀ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਤੁਸੀਂ ਆਖਦੇ ਹੋ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਪ੍ਰਧਾਨ ਹੈ, ਇਸ ਅਨੁਸਾਰ ਕਹਿੰਦੇ ਫਿਰ ਸਤਯੁਗ ਵਿੱਚ ਦਾਨ ਆਦਿਕ ਪ੍ਰਧਾਨ ਸੀ। ਹੁਣ ਸਤਯੁਗ ਵਿੱਚ ਕੀ ਮੰਨਿਆ ਜਾਂਦਾ ਸੀ ਇਹ ਮਿਥਿਹਾਸ ਆ, ਪਰ ਸਤਿਗੁਰੂ ਜੀ ਸਤਯੁਗ ਕਲਯੁਗ ਦੁਆਪਰ ਤ੍ਰੇਤਾ ਇਹ ਗੁਰਬਾਣੀ ਜਿਹੜੀ ਇਹਨਾਂ ਵਿਚਾਰਾਂ ਨੂੰ ਨਹੀਂ ਮੰਨਦੀ, ਜਿਹੜੇ ਇਸ ਤਰ੍ਹਾਂ ਸਮੇਂ ਨੂੰ ਵੰਡਿਆ ਗਿਆ। ਇਹ ਉਹਨਾਂ ਦੇ ਧਾਰਮਿਕ ਗ੍ਰੰਥਾਂ ਵੇਦਾਂ ਪੁਰਾਣਾਂ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਨੇ, ਉਹ ਇਹਨਾਂ ਨੂੰ ਮੰਨਦੇ ਨੇ। ਮਾਲਕ ਜੀ ਕਹਿੰਦੇ ਨੇ ਕਹਿੰਦੇ ਸਤਯੁਗ ਵਿੱਚ ਤਾਂ ਫਿਰ ਦਾਨ ਆਦਿਕ ਪ੍ਰਧਾਨ ਸੀ। ਹੁਣ ਸਤਯੁਗ ਵਿੱਚ ਇਹ ਗੱਲ ਮੰਨੀ ਜਾਂਦੀ ਕਿ ਭਾਈ ਸਤਯੁਗ ਵਿੱਚ ਦਾਨ ਜਿਹੜਾ ਦਾਨ ਪੁੰਨ ਕੀਤਾ ਜਾਂਦਾ ਸੀਗਾ, ਜਿਹੜਾ ਮਨੁੱਖ ਦਾਨ ਪੁੰਨ ਕਰੇਗਾ ਕਹਿੰਦੇ ਉਹਦੀ ਮੁਕਤੀ ਹੋ ਜਾਂਦੀ ਸੀ। ਸਤਯੁਗ ਵਿੱਚ ਇਹ ਗੱਲ ਮੰਨੀ ਜਾਂਦੀ ਆ। ਹੁਣ ਗੁਰੂ ਪਿਆਰ ਵਾਲਿਓ ਦਾਨ ਪੁੰਨ ਕਰਨ ਪਿੱਛੇ ਵੀ ਉਹਨਾਂ ਦੀ ਭਾਵਨਾ ਹੁੰਦੀ ਸੀ। ਹੁਣ ਦਾਨ ਪੁੰਨ ਉਹਦੇ ਵਿੱਚ ਕੀ ਹੁੰਦਾ ਸੀ ਕਿ ਸੇਜਾ ਨਾਰੀ ਭੂਮਦਾਨ, ਅਸਦਾਨ, ਗੱਜਦਾਨ, ਸੇਜਾ ਨਾਰੀ ਭੂਮਦਾਨ। ਅਸ ਦਾ ਮਤਲਬ ਘੋੜੇ ਦਾਨ ਕਰਨੇ, ਹਾਥੀ ਦਾਨ ਕਰਨੇ, ਇਸਤਰੀ ਦਾਨ ਕਰਨੀ, ਜ਼ਮੀਨ ਦਾਨ ਕਰਨੀ। ਇਹ ਸਾਰੇ ਜਿਹੜੇ ਦਾਨ ਕਹਿੰਦੇ ਕੀਤੇ ਜਾਂਦੇ ਸੀ ਸਤਯੁਗ ਵਿੱਚ, ਉਹ ਲੋਕ ਮੰਨਦੇ ਨੇ। ਤੇ ਕਹਿੰਦੇ ਰਵਿਦਾਸ ਮਹਾਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਇਹ ਦਾਨ ਕਰਨ ਦੇ ਨਾਲ ਤੁਹਾਡੀ ਮੁਕਤੀ ਹੋਵੇਗੀ। ਹੁਣ ਦਾਨ ਕਰਨ ਦੇ ਮਗਰ ਵੀ ਕੋਈ ਨਾ ਕੋਈ ਉਹਨਾਂ ਦੀ ਭਾਵਨਾ ਹੁੰਦੀ ਤੇ ਕੋਈ ਨਾ ਕੋਈ ਸਵਾਰਥ ਹੁੰਦਾ ਸੀਗਾ ਕਿ ਭਾਈ ਇਹ ਅਸੀਂ ਦਾਨ ਕਰਾਂਗੇ ਸਾਡੀ ਮੁਕਤੀ ਹੋ ਜਾਣੀ, ਸਾਨੂੰ ਸਵਰਗ ਮਿਲ ਜਾਣਾ, ਸਾਨੂੰ ਸੁੱਖ ਮਿਲ ਜਾਣਾ ਆ। ਗੁਰੂ ਪਿਆਰ ਵਾਲਿਓ ਭਾਵਨਾ ਜਿਹੜੀ ਉਹ ਪਿੱਛੇ ਸਵਾਰਥ ਪਿੱਛੇ ਜੁੜਿਆ ਹੋਇਆ ਆ। ਹੁਣ ਮਾਲਕ ਜੀ ਇਹ ਵਚਨ ਕਹਿੰਦੇ ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਮਾਲਕ ਜੀ ਕਹਿੰਦੇ ਨੇ ਨਾਲੇ ਕਹਿੰਦੇ ਤੂੰ ਦੇ ਰਿਹਾ ਸੰਸਾਰ ਵਿੱਚ ਦਾਨ ਪੁੰਨ ਵੀ ਕਰ ਰਿਹਾ, ਨਾਲੇ ਮੰਗ ਵੀ ਰਿਹਾ ਦੁੱਗਣਾ, ਤੇ ਨਾਲੇ ਆਪਣੀ ਵਡਿਆਈ ਵੀ ਸ਼ੋਭਾ ਵੀ ਕਰਾ ਰਿਹਾ ਆ। ਗੁਰੂ ਪਿਆਰ ਵਾਲਿਓ ਸਿੱਖ ਧਰਮ ਦੇ ਅੰਦਰ ਗੁਰਬਾਣੀ ਦੇ ਮੁਤਾਬਕ ਦਾਨ ਸਾਡਾ ਕਿਹੜਾ ਸਫਲਾ ਹੈ, ਸਾਡੀ ਸੇਵਾ ਕਿਹੜੀ ਸਫਲੀ ਹੈ ਜਿਹਦੇ ਮਗਰ ਕੋਈ ਸਵਾਰਥ ਨਹੀਂ ਹੈ, ਜਿਹਦੇ ਮਗਰ ਕੋਈ ਇੱਛਾ ਨਹੀਂ ਹੈ। ਪਰ ਹੋਰਾਂ ਵਿੱਚ ਇਹ ਆ ਕਿ ਉੱਥੇ ਦਾਨ ਇਸ ਕਰਕੇ ਇਸ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ ਕਿ ਭਾਈ ਸਾਨੂੰ ਮੁਕਤੀ ਮਿਲ ਜਾਵੇਗੀ, ਸਾਨੂੰ ਸਵਰਗ ਮਿਲੇਗਾ, ਉਹਦੇ ਪਿੱਛੇ ਲਾਲਸਾ ਸੀ। ਉਹ ਦਾਨ ਨਹੀਂ ਸੀ, ਉਹ ਇੱਕ ਤਰ੍ਹਾਂ ਦੀ ਡੀਲ ਸੀ।
ਜਿਵੇਂ ਅਸੀਂ ਕਿਸੇ ਨਾਲ ਡੀਲ ਕਰਦੇ ਨਾ ਕਿ ਭਾਈ ਇਹਦੇ ਬਦਲੇ ਤੂੰ ਮੈਨੂੰ ਆਹ ਚੀਜ਼ ਦੇਣੀ ਆ, ਮੈਂ ਤੇਰਾ ਆਹ ਕੰਮ ਕਰੂੰਗਾ, ਤੂੰ ਮੈਨੂੰ ਆਹ ਚੀਜ਼ ਦੇ ਦੇਣੀ ਆ, ਜਿਵੇਂ ਇੱਕ ਦੂਜੇ ਨਾਲ ਅਸੀਂ ਡੀਲ ਕਰਦੇ ਆ, ਇਸੇ ਤਰ੍ਹਾਂ ਅਸੀਂ ਵੀ ਡੀਲ ਕਰਦੇ ਆ। ਉਹ ਵੀ ਲੋਕ ਡੀਲ ਕਰਦੇ ਸੀ ਕਿ ਭਾਈ ਸਾਨੂੰ ਇਹਦੇ ਬਦਲੇ ਕੁਝ ਮਿਲਣਾ ਚਾਹੀਦਾ ਆ। ਪਰ ਜਿਹੜਾ ਸਿੱਖ ਦਾ ਜੀਵਨ ਹੈ ਉਹ ਤਾਂ ਆਪਣੇ ਜੀਵਨ ਦੀ ਸੇਵਾ ਕਰਦਾ ਆ। ਸੇਵਾ ਤਾਂ ਆਪਣੀ ਉਹ ਫਰਜ਼ ਸਮਝ ਕੇ ਕਰਦਾ ਕਿ ਭਾਈ ਇਹ ਤਾਂ ਮੇਰਾ ਫਰਜ਼ ਆ। ਸੇਵਾ ਕਰਨਾ ਜਿਹੜਾ ਸਿੱਖ ਦਾ ਸੁਭਾਅ ਹੈ, ਦੂਜੇ ਦਾ ਭਲਾ ਕਰਨਾ ਸਿੱਖ ਦਾ ਸੁਭਾਅ ਹੈ। ਪਰ ਉਸ ਸੇਵਾ ਦੇ ਮਗਲੇ ਉਹਦੇ ਗੁਰੂ ਪਿਆਰ ਵਾਲੇ ਕੋਈ ਸਵਾਰਥ ਨਹੀਂ ਜੁੜਿਆ ਹੋਇਆ। ਤਾਂ ਹੀ ਸਤਿਗੁਰੂ ਦੀ ਬਾਣੀ ਬਚਨ ਕਰਦੀ ਆ, ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ। ਕਹਿੰਦੇ ਸੇਵਾ ਕਰਦਿਆਂ ਹੋਇਆਂ ਤੇਰੇ ਮਨ ਵਿੱਚ ਕੋਈ ਕਾਮਨਾ, ਕੋਈ ਇੱਛਾ ਨਾ ਹੋਵੇ। ਜਿਵੇਂ ਅਸੀਂ ਅੱਜ ਸੇਵਾ ਕਰਦੇ ਹਾਂ ਕਿ ਭਾਈ ਗੁਰੂ ਦੀ ਬਾਣੀ ਮੈਂ ਤਾਂ ਪੜ੍ਹਨੀ ਆ ਜੇਕਰ ਮੇਰਾ ਪੁੱਤ ਬਾਹਰ ਚਲ ਜਾਵੇ। ਅਸੀਂ ਗੁਰੂ ਨਾਲ ਡੀਲ ਕਰਦੇ ਹਾਂ, ਸੌਦੇਬਾਜ਼ੀ ਕਰਦੇ ਹਾਂ ਕਿ ਮੇਰਾ ਪੁੱਤਰ ਵਿਦੇਸ਼ ਚਲਾ ਜਾਵੇ, ਮੈਂ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗਾ, ਫਿਰ ਅਖੰਡ ਪਾਠ ਕਰਾਵਾਂਗਾ। ਜੇ ਮੇਰਾ ਆਹ ਕੰਮ ਪੂਰਾ ਹੋ ਜਾਵੇ ਫਿਰ ਮੈਂ ਆਹ ਕੰਮ ਕਰਾਂਗਾ। ਗੁਰੂ ਨਾਲ ਵੀ ਸੌਦੇਬਾਜ਼ੀ ਚੱਲਦੀ ਆ। ਭਾਵ ਕਿ ਇਸ ਕਰਕੇ ਗੁਰੂ ਦੀ ਬਾਣੀ ਨਹੀਂ ਪੜ੍ਹ ਰਿਹਾ ਕਿ ਭਾਈ ਮੈਂ ਆਪਣਾ, ਮੇਰਾ ਫਰਜ਼ ਬਣਦਾ ਕਿ ਮੈਂ ਗੁਰੂ ਦੀ ਬਾਣੀ ਪੜ੍ਹਾਂ, ਮੈਂ ਆਪਣੇ ਜੀਵਨ ਨੂੰ ਸੁਧਾਰਾਂ, ਆਪਣੇ ਜੀਵਨ ਨੂੰ ਚੰਗੇ ਰਾਹ 'ਤੇ ਤੋਰਾਂ। ਮਾਲਕ ਜੀ ਕਹਿੰਦੇ ਨੇ, ਕਹਿੰਦੇ ਤੁਸੀਂ ਆਖਦੇ ਹੋ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਪ੍ਰਧਾਨ ਹੈ। ਕਹਿੰਦੇ ਇਸ ਅਨੁਸਾਰ ਜਿਵੇਂ ਸਤਿਯੁੱਗ ਵਿੱਚ ਦਾਨ ਆਦਿਕ ਪ੍ਰਧਾਨ ਕਰਮ ਹੈ। ਅੱਗੇ ਕਹਿੰਦੇ ਤੇਤਾ ਜੱਗੀ, ਭਾਵ ਕਿ ਤ੍ਰੇਤਾ ਯੁੱਗ ਵਿੱਚ ਕੀ ਪ੍ਰਧਾਨ ਸੀਗਾ, ਕਿਹੜਾ ਕਰਮ ਕੀਤਾ ਜਾਂਦਾ ਸੀ? ਜੱਗਾਂ ਦੇ ਵਿੱਚ ਪਵਿੱਤਰਿਆ। ਭਾਵ ਕਿ ਤ੍ਰੇਤਾ ਯੁੱਗ ਦੇ ਵਿੱਚ ਜੱਗ ਕੀਤੇ ਜਾਂਦੇ ਸੀਗੇ। ਅਸ਼ਵ ਮੇਧ ਜੱਗ, ਨਰ ਮੇਧ ਜੱਗ ਤੇ ਗਊ ਮੇਧ ਜੱਗ, ਇਹ ਸਾਰੇ ਜਿਹੜੇ ਜੱਗ ਤ੍ਰੇਤਾ ਦੇ ਵਿੱਚ ਕਹਿੰਦੇ ਕੀਤੇ ਜਾਣ। ਤੁਸੀਂ ਆਖਦੇ ਹੋ ਕਿ ਭਾਈ ਤ੍ਰੇਤਾ ਦੇ ਵਿੱਚ ਜਿਹੜੇ ਲੋਕ ਜੱਗ ਕਰਨਗੇ ਉਹਨਾਂ ਨੂੰ ਮੁਕਤੀ, ਸਵਰਗ ਸਭ ਕੁਝ ਮਿਲ ਜਾਵੇਗਾ। ਗੁਰੂ ਪਿਆਰ ਵਾਲਿਓ ਤ੍ਰੇਤਾ ਦੇ ਵਿੱਚ ਮੰਨਿਆ ਜਾਂਦਾ ਕਿ ਭਾਈ ਉਹਦੇ ਵਿੱਚ ਅਸ਼ਵਮੇਧ ਜੱਗ, ਵੱਡੇ ਵੱਡੇ ਜੱਗ ਹੁੰਦੇ ਸੀ। ਅਸ਼ਵਮੇਧ ਭਾਵ ਕਿ ਘੋੜਿਆਂ ਦੀ ਵਿਭੂਤੀ ਦੇਣੀ, ਘੋੜਿਆਂ ਦਾ ਬਲਿਦਾਨ ਦੇਣਾ। ਘੋੜਿਆਂ ਨੂੰ ਜਿਹੜਾ ਜੱਗ, ਉਸ ਜੱਗ ਜਿਹੜਾ ਕੀਤਾ ਜਾਂਦਾ ਸੀ ਉਹਦੇ ਵਿੱਚ ਬਲੀ ਦਿੱਤੀ ਜਾਂਦੀ ਸੀ। ਨਰਮੇਧ ਜੱਗ, ਉਹਨਾਂ ਦੇ ਵਿੱਚ ਮਨੁੱਖਾਂ ਦੀ ਬਲੀ ਦਿੱਤੀ ਜਾਂਦੀ ਸੀ, ਗਊਆਂ ਦੀ, ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਸੀਗੀ। ਇਹੋ ਜਿਹੇ ਜੱਗ ਕੀਤੇ ਜਾਂਦੇ ਸੀਗੇ। ਤੇ ਗੁਰੂ ਪਿਆਰ ਵਾਲੇ ਉੱਥੇ ਹੀ ਨਾਲੋਂ ਨਾਲ ਜਿਹੜੇ ਉਹ ਜੱਗ ਕੀਤੇ ਜਾਂਦੇ ਸੀਗੇ, ਅੱਗ ਬਾਲ ਕੇ ਜਿਹੜੀ ਲੱਕੜੀ ਬਾਲੀ ਜਾਂਦੀ ਸੀ, ਤੇ ਗੁਰੂ ਪਿਆਰ ਵਾਲੇ ਉਹ ਵੀ ਚੰਦਨ ਦੀ ਲੱਕੜੀ ਬਾਲੀ ਜਾਂਦੀ ਸੀ। ਕਿਉਂਕਿ ਉਹਨਾਂ ਵਿੱਚ ਮੰਨਿਆ ਜਾਂਦਾ ਆ ਜਿਹੜੀ ਅੱਗ ਸੀ ਨਾ, ਅੱਗ ਨੂੰ ਦੇਵਤਿਆਂ ਦੀ ਜੀਵ ਮੰਨਿਆ ਜਾਂਦਾ ਸੀ। ਇਸੇ ਕਰਕੇ ਲੋਕ ਅੱਜ ਵੀ ਅੱਗ ਨੂੰ ਅਗਨੀ ਦੇਵਤਾ ਕਹਿੰਦੇ ਆ। ਤੇ ਉਹਦੇ ਵਿੱਚ ਘਿਓ, ਤੇਲ, ਹੋਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖਾਸ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪਾਈਆਂ ਜਾਂਦੀਆਂ ਸੀਗੀਆਂ। ਤੇ ਇਸ ਕਰਕੇ ਮਾਲਕ ਜੀ ਕਹਿੰਦੇ ਨੇ, ਕਹਿੰਦੇ ਤ੍ਰੇਤੇ ਦੇ ਵਿੱਚ ਜੱਗਾਂ ਦੀ ਪਵਿੱਤਰਤਾ ਰਹੀ ਆ। ਤੁਸੀਂ ਤ੍ਰੇਤੇ ਦੇ ਵਿੱਚ ਜੱਗਾਂ ਦੀ ਪਵਿੱਤਰਤਾ ਕਰਦੇ ਰਹੇ, ਭਾਵ ਕਿ ਜੱਗ ਕਰਦੇ ਰਹੇ ਆ। ਮਾਲਕ ਜੀ ਕਹਿੰਦੇ ਦੁਆਪਰ ਪੂਜਾ ਚਾਰ, ਕਹਿੰਦੇ ਦੁਆਪਰ ਦੇ ਵਿੱਚ ਕੀ ਸੀ? ਦੇਵਤਿਆਂ ਦੀ ਪੂਜਾ ਕਰਮ ਪ੍ਰਧਾਨ ਸੀ। ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ ਕਈ ਤਰੀਕਿਆਂ ਦੇ ਨਾਲ। ਉਹ ਕਾਹਨੂੰ ਕੀਤੀ ਜਾਂਦੀ ਸੀ? ਉਹਦੇ ਵਿੱਚ ਇੱਕ ਸਵਾਰਥ ਸੀ ਕਿ ਭਾਈ ਸਾਨੂੰ ਮੁਕਤੀ ਮਿਲ ਜਾਵੇਗੀ, ਸਾਨੂੰ ਸਵਰਗ ਮਿਲ ਜਾਵੇਗਾ, ਸਾਨੂੰ ਸਾਡੀ ਆਸ, ਸਾਡੀ ਇੱਛਾ ਪੂਰੀ ਹੋ ਜਾਵੇਗੀ। ਫਿਰ ਅਸੀਂ ਉਹਨਾਂ ਦੀ ਪੂਜਾ ਕਰਦੇ ਸੀ। ਤੇ ਮਾਲਕ ਜੀ ਕਹਿੰਦੇ ਨੇ ਤੀਨੋਂ ਜੁਗ ਤੀਨੋਂ ਦੀੜੇ, ਕਲ ਕੇਵਲ ਨਾਮ ਆਧਾਰ। ਕਹਿੰਦੇ ਇਸੇ ਤਰ੍ਹਾਂ ਹੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤਿੰਨੇ ਯੁੱਗਾਂ ਦੇ ਵਿੱਚ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਬੜਾ ਜ਼ੋਰ ਦਿੱਤਾ ਗਿਆ। ਭਾਵ ਕਿ ਇਹਦਾ ਬੜਾ ਪ੍ਰਚਾਰ ਰੱਜ ਕੇ ਕੀਤਾ ਗਿਆ, ਬੜਾ ਲੋਕਾਂ ਨੂੰ ਇਹਦੇ ਬਾਰੇ ਦੱਸਿਆ ਗਿਆ, ਸਮਝਾਇਆ ਗਿਆ ਕਿ ਭਾਈ ਤੁਸੀਂ ਸਤਿਯੁੱਗ ਦੇ ਵਿੱਚ ਦਾਨ ਪੁੰਨ ਕਰੋਗੇ, ਤ੍ਰੇਤੇ ਦੇ ਵਿੱਚ ਤੁਸੀਂ ਜੱਗ ਕਰੋਗੇ, ਬਲੀਆਂ ਦੇਵੋਗੇ, ਦੁਆਪਰ ਦੇ ਵਿੱਚ ਤੁਸੀਂ ਦੇਵਤਿਆਂ ਦੀ ਪੂਜਾ ਕਰੋਗੇ, ਤੁਹਾਡਾ ਪਾਰ ਉਤਾਰਾ, ਤੁਹਾਡੀ ਮੁਕਤੀ ਹੋਵੇਗੀ। ਕਹਿੰਦੇ ਇਹਨਾਂ ਕਰਮ ਦੇ ਧਰਮਾਂ ਉੱਤੇ ਤੁਸੀਂ ਬੜਾ ਜ਼ੋਰ ਦਿੱਤਾ ਗਿਆ। ਹੁਣ ਮਾਲਕ ਜੀ ਕਹਿੰਦੇ ਕਲ ਕੇਵਲ ਨਾਮ ਆਧਾਰ। ਕਲ ਦਾ ਅਰਥ ਕੀ ਆ? ਕਲਯੁਗ। ਹੁਣ ਤੁਸੀਂ ਕਹਿੰਦੇ ਹੋ ਕਿ ਕਲਯੁਗ ਵਿੱਚ ਸਿਰਫ ਰਾਮ ਦਾ ਨਾਮ ਹੀ ਆਧਾਰ ਹੈ। ਭਾਵ ਕਿ ਕਲਯੁਗ ਦੇ ਵਿੱਚ ਪਹਿਲਾਂ ਤਾਂ ਤੁਸੀਂ ਲੋਕਾਂ ਨੂੰ ਇਸ ਪਾਸੇ ਲਾਉਂਦੇ ਰਹੇ ਕਿ ਭਾਈ ਆਹ ਕਰਮ ਕਰੋ, ਆਹ ਕਰਮ ਕਰੋ, ਆਹ ਪੂਜਾ ਕਰੋ, ਆਹ ਤੁਸੀਂ ਰਸਮਾਂ ਰਿਵਾਜ ਕਰੋ।
ਹੁਣ ਤੁਸੀਂ ਕਲਯੁਗ ਵਿੱਚ ਇਹ ਕਹਿੰਦੇ ਕਿ ਭਾਈ ਜੇਕਰ ਤੁਸੀਂ ਸ਼੍ਰੀ ਰਾਮਚੰਦਰ ਦੇ ਨਾਮ ਦਾ ਆਸਰਾ ਲਵੋਗੇ, ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਦਾ ਆਸਰਾ ਲਵੋਗੇ, ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਕੱਲ ਕੇਵਲ ਨਾਮ ਆਧਾਰ। ਨਾਮ ਦਾ ਅਰਥ ਕੀ ਹੈ? ਇੱਥੇ ਜਿਹੜਾ ਨਾਮ, ਰੱਬ ਦੇ ਨਾਮ ਦੀ ਗੱਲ ਨਹੀਂ ਕੀਤੀ ਗਈ, ਇੱਥੇ ਹੈ ਸ਼੍ਰੀ ਰਾਮਚੰਦਰ ਦੇ ਨਾਮ ਦੀ ਗੱਲ। ਕਹਿੰਦੇ ਹੁਣ ਤੁਸੀਂ ਕਲਯੁਗ ਵਿੱਚ ਕਹਿੰਦੇ ਹੋ ਕਿ ਸਿਰਫ ਨਾਮ ਦਾ, ਰਾਮ ਦਾ ਆਸਰਾ ਹੀ ਤੁਹਾਡੇ ਜੀਵਨ ਨੂੰ ਪਾਰ ਕਰ ਸਕਦਾ ਆ। ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਅਸਲ ਵਿੱਚ ਮੈਨੂੰ ਇਹ ਗੱਲ ਨਹੀਂ ਦੱਸ ਸਕੇ ਕਿ ਭਾਈ ਕਿਹੜਾ ਇਹੋ ਜਿਹਾ ਤਰੀਕਾ ਆ, ਕਿਹੜਾ ਇਹੋ ਜਿਹਾ ਕੰਮ ਆ ਜਿਹਨੂੰ ਕਰਨ ਦੇ ਨਾਲ ਕਹਿੰਦੇ ਸਾਡਾ ਜੀਵਨ ਸਫਲਾ ਹੋ ਜਾਵੇ। ਭਾਵ ਕਿ ਇਹੋ ਜਿਹੇ ਕਰਮ ਕਾਂਡਾਂ ਨੂੰ ਕਰਨ ਦੇ ਨਾਲ ਕਹਿੰਦੇ ਤੁਹਾਡਾ ਜੀਵਨ ਸਫਲਾ ਨਹੀਂ ਹੋਣਾ, ਤੁਹਾਡਾ ਜੀਵਨ ਮੁਕਤ ਨਹੀਂ ਹੋ ਸਕਦਾ, ਤੁਹਾਡਾ ਜੀਵਨ ਜਿਹੜਾ ਕਿ ਕਾਮਯਾਬ ਨਹੀਂ ਹੋ ਸਕਦਾ, ਵਿਕਾਰਾਂ ਤੋਂ, ਬੁਰਾਈਆਂ ਤੋਂ ਨਹੀਂ ਬਚ ਸਕਦਾ। ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਭਾਵੇਂ ਜੱਗ ਕਰ ਲਓ, ਭਾਵੇਂ ਤੁਸੀਂ ਦੇਵਤਿਆਂ ਦੀ ਪੂਜਾ ਕਰ ਲਓ, ਭਾਵੇਂ ਤੁਸੀਂ ਕਿਸੇ ਦਾ ਵੀ ਨਾਮ ਲੈ ਲਓ, ਕਹਿੰਦੇ ਇਹਨਾਂ ਦੇ ਨਾਲ ਤੁਹਾਡਾ ਜੀਵਨ ਜਿਹੜਾ ਮੁਕਤ ਨਹੀਂ ਹੋ ਸਕਦਾ, ਬੁਰਾਈਆਂ ਤੋਂ ਨਹੀਂ ਬਚ ਸਕਦਾ। ਰਵਿਦਾਸ ਮਹਾਰਾਜ ਜੀ ਨੇ ਕਰਮ ਕਾਂਡ ਕਰਨ ਵਾਲਿਆਂ ਨੂੰ ਇਹ ਗੱਲ ਸਮਝਾਈ ਆ। ਅੱਗੇ ਕਹਿੰਦੇ ਨੇ ਬਹੁ ਬਿਧ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ। ਬਹੁ ਬਿਧ ਭਾਵ ਕਿ ਕਈ ਵਿਧੀਆਂ ਦੇ ਨਾਲ, ਕਈ ਤਰੀਕਿਆਂ ਦੇ ਨਾਲ, ਕਹਿੰਦੇ ਸ਼ਾਸਤਰਾਂ ਦੇ ਅਨੁਸਾਰ, 6 ਸ਼ਾਸਤਰ ਨੇ ਹਿੰਦੂ ਮਤ ਦੇ ਅੰਦਰ, ਕਹਿੰਦੇ 6 ਸ਼ਾਸਤਰਾਂ ਦੇ ਅਨੁਸਾਰ ਕਈ ਤਰੀਕਿਆਂ ਨਾਲ ਵਰਨਾ, ਆਸ਼ਰਮਾਂ, ਕਰਤੱਬਾਂ ਦੀ ਹੰਦਬੰਦੀ ਕੀਤੀ ਗਈ। ਭਾਵ ਕਿ ਸ਼ਾਸਤਰਾਂ ਦੇ ਵਿੱਚ ਜਿਹੜੇ ਤਰੀਕੇ ਦੱਸੇ ਗਏ, ਭਾਈ ਤੁਸੀਂ ਆਹ ਤਰੀਕੇ ਵਰਤਣੇ ਆ, ਇਹ ਵਿਧੀਆਂ ਵਰਤਣੀਆਂ ਨੇ, ਇਹਨਾਂ ਦੇ ਮੁਤਾਬਕ ਤੁਸੀਂ ਚੱਲਣਾ ਆ। ਉਹਨਾਂ ਦੀ ਹੱਦਬੰਦੀ ਕੀਤੀ ਗਈ ਕਿ ਜਿਹੜਾ ਬੰਦਾ ਇਹਨਾਂ ਤਰੀਕਿਆਂ ਤੋਂ, ਇਹਨਾਂ ਵਿਧੀਆਂ, ਇਹਨਾਂ ਮਰਿਆਦਾ ਤੋਂ ਬਾਹਰ ਗਿਆ, ਉਹਦਾ ਕਹਿੰਦੇ ਪਾਰ ਉਤਾਰਾ ਨਹੀਂ ਹੋ ਸਕਦਾ। ਗੁਰੂ ਪਿਆਰ ਵਾਲਿਓ, ਇਸ ਨਾਲ ਕੀ ਹੋਇਆ ਕਿ ਜਿਵੇਂ ਹੁਣ ਕਿਸੇ ਨੇ ਜਿਹੜੀਆਂ ਸ਼ਾਸਤਰਾਂ ਅਨੁਸਾਰ ਜਿਹੜੀਆਂ ਵਿਧੀਆਂ ਦੱਸੀਆਂ ਗਈਆਂ, ਕਿਸੇ ਨੇ ਉਹ ਅਪਣਾ ਲਈਆਂ, ਫਿਰ ਬਾਅਦ ਵਿੱਚ ਉਹਨਾਂ ਨੇ, ਕਈਆਂ ਨੇ ਆਪੋ ਆਪਣੀਆਂ ਵਿਧੀਆਂ ਬਣਾ ਲਈਆਂ, ਕਈਆਂ ਨੇ ਆਪੋ ਆਪਣੀਆਂ ਮਰਿਆਦਾ ਬਣਾ ਲਈਆਂ, ਆਪਣੇ ਨਿਯਮ ਬਣਾ ਲਏ। ਹਰੇਕ ਦਾ ਜਿਹੜਾ ਵੱਖੋ ਵੱਖਰਾ ਨਿਯਮ ਹੋ ਗਿਆ। ਇਹਦੇ ਕਰਕੇ ਹੀ ਜਿਹੜੇ ਫਿਰ ਵੱਖੋ ਵੱਖਰੇ, ਜਿਵੇਂ ਵੱਖੋ ਵੱਖਰੇ ਧਾਰਮਿਕ ਸਥਾਨ ਬਣ ਗਏ, ਆਪਸ ਵਿੱਚ ਲੜਾਈ ਝਗੜਾ ਹੋ ਗਿਆ ਕਿ ਭਾਈ ਜੇਕਰ ਤੂੰ ਆ ਵਿਧੀ ਨਾਲ ਰੱਬ ਦੀ ਪੂਜਾ ਕਰੇਗਾ ਤੇਰੀ ਮੁਕਤੀ ਹੋ ਜਾਣੀ। ਦੂਸਰਾ ਕਹਿੰਦਾ ਕਿ ਭਾਈ ਤੂੰ ਆਸ ਵਿਧੀ ਨਾਲ ਰੱਬ ਦੀ ਪੂਜਾ ਕਰੇਗਾ, ਰੱਬ ਤੇਰੇ ਤੇ ਖੁਸ਼ ਹੋ ਜਾਵੇਗਾ। ਭਾਵ ਕਿ ਸਾਰਿਆਂ ਦੀਆਂ ਜਿਹੜੀਆਂ ਵਿਧੀਆਂ ਤਰੀਕੇ ਨਾ ਉਹ ਆਪਸ ਵਿੱਚ ਰਲਦੇ ਨਹੀਂ, ਮਿਲਦੇ ਨਹੀਂ। ਇਹ ਹਾਲ ਜਿਹੜਾ ਅੱਜ ਸਾਡਾ ਵੀ ਬਣ ਗਿਆ ਹੈ ਕਿ ਅਸੀਂ ਵੀ ਆਪੋ ਆਪਣੀਆਂ ਵੱਖੋ ਵੱਖਰੀਆਂ ਮਰਿਆਦਾ ਬਣਾ ਲਈਆਂ ਕਿ ਭਾਈ ਤੂੰ ਇਸ ਮਰਿਆਦਾ ਨਾਲ ਪਾਠ ਕਰੇਗਾ ਤੈਨੂੰ ਫਲ ਮਿਲੇਗਾ, ਤੂੰ ਖੁਸ਼ ਹੋਵੇਂਗਾ, ਇਸ ਮਰਿਆਦਾ ਨਾਲ ਪਾਠ ਕਰੇਗਾ ਤੂੰ ਖੁਸ਼ ਹੋਵੇਂਗਾ। ਹੁਣ ਜਿਹੜਾ ਬੰਦਾ ਸਾਨੂੰ ਲੰਬੀ ਚੌੜੀ ਲਿਸਟ ਬਣਾ ਕੇ ਦੇ ਦੇਣਾ ਤੇ ਅਸੀਂ ਤਾਂ ਬੜਾ ਖੁਸ਼ ਹੁੰਨੇ ਕਿ ਭਾਈ ਇਹ ਤਾਂ ਪਾਠ ਬਹੁਤ ਵਧੀਆ ਕਰਨਗੇ। ਭਾਵ ਕਿ ਜਿਹੜੇ ਲੰਬੀ ਚੌੜੀ ਸਮੱਗਰੀ ਲਿਖਾ ਦੇਣ, ਭਾਈ ਆਹ ਸਮੱਗਰੀ ਲੈ ਕੇ ਆਓ, ਫਿਰ ਅਸੀਂ ਕਹਿੰਦੇ ਭਾਈ ਉਹ ਵਧੀਆ ਬੰਦਾ ਆ। ਪਰ ਜਿਹੜਾ ਕਹਿੰਦਾ ਕਿ ਭਾਈ ਪਾਠ ਤੁਸੀਂ ਬੈਠੋ, ਅਸੀਂ ਪਾਠ ਸੁਣਾਵਾਂਗੇ, ਤੁਸੀਂ ਬਾਣੀ ਸੁਣੋ, ਜਿਹੜਾ ਸਾਨੂੰ ਲੰਬੀ ਚੌੜੀ ਲਿਸਟ ਬਣਾ ਕੇ ਨਹੀਂ ਦਿੰਦਾ, ਅਸੀਂ ਕਹਿੰਦੇ ਇਹਨੂੰ ਤਾਂ ਪਾਠ ਹੀ ਨਹੀਂ ਕਰਨੇ ਆਉਂਦਾ, ਇਹਨੂੰ ਮਰਿਆਦਾ ਨਹੀਂ ਪਤਾ। ਮਾਲਕ ਜੀ ਕਹਿੰਦੇ ਨੇ ਕਰਤਾ ਦਿਸੈ ਸਭ ਲੋਏ। ਕਹਿੰਦੇ ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹ ਮਿੱਥੇ ਹੋਏ ਕਰਮ ਜਿਹੜਾ ਕਰਦਾ ਹੋਇਆ ਦਿਸ ਰਿਹਾ, ਨਜ਼ਰ ਆ ਰਿਹਾ ਕਿ ਜਿਹੜੇ ਲੋਕ ਇਹਨਾਂ ਸ਼ਾਸਤਰਾਂ ਨੂੰ ਮੰਨ ਰਹੇ ਨੇ, ਇਹਨਾਂ ਤਰੀਕਿਆਂ ਨੂੰ ਮੰਨ ਰਹੇ ਨੇ, ਕਹਿੰਦੇ ਸਾਰੇ ਸੰਸਾਰ ਅੰਦਰ ਇਹ ਕਰਮ ਧਰਮ ਜਿਹੜੇ ਨਜ਼ਰ ਆ ਰਹੇ ਨੇ। ਅੱਜ ਸਾਰੇ ਲੋਕ ਜਿਹੜੇ ਉਹ ਕਰਮ ਕਾਂਡ, ਵਹਿਮ ਭਰਮ, ਵਿਖਾਵੇ ਵਾਲੇ ਕਰਮ ਇਸ ਤਰ੍ਹਾਂ ਕਰੀ ਜਾ ਰਹੇ ਨੇ, ਉਹਨਾਂ ਸ਼ਾਸਤਰਾਂ ਦੇ ਤਰੀਕਿਆਂ ਦੇ ਅਨੁਸਾਰ, ਦੱਸੇ ਅਨੁਸਾਰ ਕਰ ਰਿਹਾ, ਕੋਈ ਆਪਣੇ ਅਨੁਸਾਰ ਕਰ ਰਿਹਾ ਆ। ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਵਨ ਕਰਮ ਤੇ ਛੁੱਟੀਏ। ਪਰ ਕਹਿੰਦੇ ਕਰਮ ਧਰਮ ਦੇ ਕਰਨ ਨਾਲ ਆਵਾਗਮਨ ਤੋਂ ਖਲਾਸੀ ਨਹੀਂ ਹੋ ਸਕਦੀ, ਤੇਰਾ ਜੀਵਨ ਭਟਕਣ ਤੋਂ ਨਹੀਂ ਰਹਿ ਸਕਦਾ, ਤੇਰੇ ਜੀਵਨ 'ਚ ਸ਼ਾਂਤੀ ਟਿਕਾ ਨਹੀਂ ਆ ਸਕਦਾ ਜਿੰਨੇ ਮਰਜ਼ੀ ਤੂੰ ਸ਼ਾਸਤਰਾਂ ਦੀ ਵਿਧੀਆਂ ਅਨੁਸਾਰ, ਤਰੀਕਿਆਂ ਅਨੁਸਾਰ ਕਰਮ ਕਾਂਡ ਕਰ। ਮਾਲਕ ਜੀ ਕਹਿੰਦੇ ਨੇ ਜੇ ਸਾਦੇ ਸਭ ਸਿੱਧ ਹੋਏ। ਸਾਦੇ ਦਾ ਅਰਥ ਹੁੰਦਾ ਆ ਭਾਵ ਕਿ ਜੀਵਨ ਮਨੋਰਥ ਦੀ ਸਫਲਤਾ। ਕਹਿੰਦੇ ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ ਮਨੋਰਥ ਦੀ ਸਫਲਤਾ ਹੁੰਦੀ ਆ, ਜਿਸ ਦੇ ਨਾਲ ਜੀਵਨ ਚੰਗਾ ਬਣਦਾ ਆ, ਜੀਵਨ ਵਿਕਾਰਾਂ ਤੋਂ ਬਚ ਜਾਂਦਾ ਆ। ਕਹਿੰਦੇ ਇਹ ਗੱਲ ਕਹਿੰਦੇ ਤੁਸੀਂ ਅਜੇ ਤੱਕ ਵੀ ਨਹੀਂ ਦੱਸ ਸਕੇ। ਸਿਰਫ ਇਹਨਾਂ ਕਰਮ ਕਾਂਡਾਂ, ਇਹਨਾਂ ਵਹਿਮਾਂ ਭਰਮਾਂ 'ਚ ਹੀ ਪੈ ਰਹੇ ਹੈ। ਵਿਧੀਆਂ ਨਾਲ, ਤਰੀਕਿਆਂ ਨਾਲ ਹੀ ਸ਼ਾਸਤਰਾਂ ਦੀ ਮਾਨਤਾ ਕਰਦੇ ਰਹੇ, ਪੂਜਾ ਕਰਦੇ ਰਹੇ ਰੱਬ ਦੀ,
ਪਰ ਅਜੇ ਤੱਕ ਇਹ ਨਹੀਂ ਦੱਸ ਸਕੇ ਕਿ ਭਾਈ ਇਹ ਕਰਮ ਕਰਨ ਦੇ ਨਾਲ ਤੁਹਾਡਾ ਜੀਵਨ ਸਫਲਾ ਹੋਵੇਗਾ, ਤੁਹਾਡਾ ਜੀਵਨ ਵਿਕਾਰਾਂ ਤੋਂ ਬੁਰਾਈਆਂ ਤੋਂ ਬਚ ਜਾਵੇਗਾ। ਅਗੇ ਕਹਿੰਦੇ ਕਰਮ ਅਕਰਮ ਵਿਚਾਰੀਏ ਸ਼ੰਕਾ ਸੁਨ ਵੇਦ ਪੁਰਾਨ। ਕਰਮ ਦਾ ਅਰਥ ਹੁੰਦਾ ਆ ਉਹ ਧਾਰਮਿਕ ਰਸਮਾਂ ਜਿਹੜੀਆਂ ਸ਼ਾਸਤਰਾਂ ਦੇ ਨਿਯਮਾਂ ਅਨੁਸਾਰ ਕੀਤੀਆਂ ਜਾਣ, ਤੇ ਅਕਰਮ ਦਾ ਅਰਥ ਹੁੰਦਾ ਆ ਉਹ ਕੰਮ ਜਿਹੜੇ ਸ਼ਾਸਤਰਾਂ ਨੇ ਵਰਜੇ ਹੋਏ, ਭਾਵ ਕਿ ਤੁਸੀਂ ਇਹ ਕੰਮ ਨਹੀਂ ਕਰਨੇ। ਉਹ ਕੰਮ ਜਿਹੜੇ ਧਰਮ ਗ੍ਰੰਥਾਂ ਨੇ ਦੱਸੇ ਹੋਏ ਆ ਉਹ ਕਰਨੇ ਆ, ਉਹਦਾ ਅਰਥ ਕੀ ਕਰਮ। ਅਕਰਮ ਦਾ ਅਰਥ ਹੁੰਦਾ ਜਿਹੜੇ ਧਰਮ ਗ੍ਰੰਥਾਂ ਨੇ ਮਨਾ ਕੀਤਾ ਹੋਇਆ ਆ। ਮਾਲਕ ਜੀ ਕਹਿੰਦੇ ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸਗੋਂ ਹੋਰ ਸ਼ੰਕਾ ਵੱਧਦੀਆਂ ਨੇ। ਹੁਣ ਵੇਦਾਂ ਪੁਰਾਣਾਂ ਨੂੰ ਸੁਣ ਕੇ ਬੰਦੇ ਦੀਆਂ ਸ਼ੰਕਾ ਘਟਦੀਆਂ ਨਹੀਂ, ਚਿੰਤਾਵਾਂ ਫਿਕਰ ਘਟਦੇ ਨਹੀਂ, ਵੱਧਦੇ ਆ। ਉਹਨਾਂ ਨੂੰ ਫਿਕਰ ਰਹਿੰਦਾ ਹਰ ਵੇਲੇ ਕਿ ਭਾਈ ਜੇਕਰ ਇਹ ਵਿਧੀ ਅਨੁਸਾਰ ਇਹ ਕੰਮ ਕਰਾਂਗਾ ਤਾਂ ਸਫਲਾ ਆ, ਜੇ ਨਹੀਂ ਕਰਾਂਗਾ। ਹੁਣ ਉਹਨਾਂ ਨੂੰ ਯਾਦ ਰੱਖਣਾ ਪੈਂਦਾ ਆ। ਹੁਣ ਜਿਹੜੇ ਲੋਕ ਵਹਿਮਾਂ ਭਰਮਾਂ ਪਖੰਡਾਂ 'ਚ ਫਸੇ ਹੋਏ ਨਾ, ਉਹਨਾਂ ਨੂੰ ਹਰ ਵੇਲੇ ਚਿੰਤਾ ਟੈਨਸ਼ਨ ਰਹਿੰਦੀ ਆ ਕਿ ਭਾਈ ਕਿਸੇ ਜੋਤਸ਼ੀ ਨੇ ਮੈਨੂੰ ਦੱਸਿਆ ਭਾਈ ਆਹ ਰੰਗ ਦੇ ਕੱਪੜੇ ਪਾ ਕੇ ਤੂੰ ਇਸ ਰੰਗ ਦੀ ਦਾਲ ਪੁੰਨ ਕਰਨੀ ਆ, ਆਹ ਰੰਗ ਦੇ ਕੱਪੜੇ ਪਾ ਕੇ ਤੂੰ ਭਾਈ ਸਿਰ ਨਹੀਂ ਧੋਣਾ, ਆਹ ਰੰਗ ਦੇ ਕੱਪੜੇ ਪਾਉਣੇ ਆ ਭਾਈ ਤੂੰ ਇਸ ਦਿਨ ਜਾਂ ਵੀਰਵਾਰ ਜਾਂ ਮੰਗਲਵਾਰ ਤੂੰ ਆਹ ਕੱਪੜੇ ਨਹੀਂ ਪਾਉਣੇ ਇਸ ਰੰਗ ਦੇ। ਉਹ ਇਸੇ ਕੰਮਾਂ ਵਿੱਚ ਹੀ ਫਸੇ ਰਹਿੰਦੇ ਆ। ਉਹਨਾਂ ਦਾ ਮਨ ਹਰ ਵੇਲੇ ਇਹਨਾਂ ਵਿੱਚ ਹੀ ਚਿੰਤਾਤ ਰਹਿੰਦਾ ਆ, ਹਰ ਵੇਲੇ ਇਹਨਾਂ ਵਿੱਚ ਹੀ ਜਿਹੜਾ ਉਲਝਿਆ ਰਹਿੰਦਾ ਆ। ਮਾਲਕ ਜੀ ਕਹਿੰਦੇ ਨੇ ਕਰਮ ਕਰਮ ਵਿਚਾਰੀਏ ਸ਼ੰਕਾ ਸੁਨ ਵੇਦ ਪੁਰਾਨ। ਕਹਿੰਦੇ ਇਹੀ ਵਿਚਾਰ ਕਰੀ ਜਾਂਦੇ ਆ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਤੇ ਕਿਹੜਾ ਕਰਮ ਸ਼ਾਸਤਰਾਂ ਨੇ ਵਰਜਿਆ, ਭਾਵ ਕਿ ਕਿਹੜਾ ਕਰਮ ਧਰਮ ਗ੍ਰੰਥਾਂ ਨੇ ਕਿਹਾ ਕਰਨ ਵਾਸਤੇ, ਕਿਹੜਾ ਨਹੀਂ ਕਿਹਾ। ਉਹ ਲੋਕ ਇਹਨਾਂ ਕੰਮਾਂ ਵਿੱਚ ਹੀ ਉਲਝੇ ਰਹਿੰਦੇ ਆ ਸਾਰੀ ਉਮਰ ਹੀ। ਕਈ ਵਾਰ ਲੋਕ ਚਾਹੇ ਉਹ ਸ਼ਨੀਵਾਰ ਆ ਜਾਵੇ, ਕੋਈ ਛੋਲਿਆਂ ਦੀ ਦਾਲ ਚੜ੍ਹਾਈ ਜਾਂਦਾ ਆ, ਕੋਈ ਤਾਂ ਹੋਰ ਦਾਲ ਚੜ੍ਹਾਈ ਜਾ ਰਿਹਾ, ਕੋਈ ਮੰਗਲਵਾਰ ਕਹਿੰਦਾ ਭਾਈ ਸਿਰ ਨਹੀਂ ਧੋਣਾ, ਕੋਈ ਕਹਿੰਦਾ ਵੀਰਵਾਰ ਨੂੰ ਕੱਪੜੇ ਧੋਣੇ, ਸ਼ਨੀਵਾਰ ਨੂੰ ਲੋਹਾ ਨਹੀਂ ਖਰੀਦਣਾ। ਉਹ ਲੋਕ ਸਾਰੀ ਉਮਰ ਹੀ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪਏ ਰਹਿੰਦੇ ਆ। ਉਹ ਕਦੀ ਵੀ ਜੀਵਨ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ, ਨਾ ਹੀ ਉਹਨਾਂ ਨੂੰ ਸੁੱਖ ਮਿਲਦਾ ਆ। ਸਗੋਂ ਜਿਹੜਾ ਸੁੱਖ ਪਹਿਲਾਂ ਵੀ ਹੁੰਦਾ ਨਾ ਇਹਨਾਂ ਪਖੰਡਾਂ ਵਿੱਚ ਪੈ ਕੇ, ਉਹ ਵੀ ਸੁੱਖ ਖਤਮ ਹੋ ਜਾਂਦਾ, ਹੋਰ ਉਲਝ ਜਾਂਦੇ ਆ। ਭਾਵ ਕਿ ਉਹ ਦਸੀਆਂ ਹੋਈਆਂ ਵਿਧੀਆਂ ਦੇ ਅਨੁਸਾਰ ਇੰਨੀਆਂ ਵਿਧੀਆਂ ਇੰਨੇ ਤਰੀਕੇ ਜਿਹੜੇ ਦੱਸੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਤੇ ਮਾਲਕ ਜੀ ਕਹਿੰਦੇ ਨੇ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਮਾਨ। ਕਹਿੰਦੇ ਇਹਨਾਂ ਕਰਮ ਧਰਮ ਕਰਦਿਆਂ ਹੀ ਮਨੁੱਖ ਦੇ ਹਿਰਦੇ ਵਿੱਚ ਡਰ ਟਿਕਿਆ ਰਹਿੰਦਾ ਹੈ। ਡਰ ਕਾਹਦਾ ਟਿਕਿਆ ਰਹਿੰਦਾ ਕਿ ਭਾਈ ਜੇਕਰ ਮੈਂ ਹੁਣ ਉਹਦੇ ਸ਼ਾਸਤਰਾਂ ਦੇ ਇਹਨਾਂ ਦੇ ਦੱਸੇ ਹੋਣ ਅਨੁਸਾਰ ਕੋਈ ਕਰਮ ਨਹੀਂ ਕੀਤਾ ਤੇ ਪਤਾ ਨਹੀਂ ਉਹ ਮੈਨੂੰ ਨੁਕਸਾਨ ਹੀ ਨਾ ਹੋ ਜਾਵੇ। ਉਹਨਾਂ ਨੂੰ ਹਰ ਵੇਲੇ ਡਰ ਹੀ ਰਹਿੰਦਾ ਆ ਕਿ ਭਾਈ ਮੈਂ ਇਹ ਦਿਨ ਆਹ ਕੰਮ ਕਰਨਾ ਸੀ, ਮੇਰੇ ਕੋਲ ਹੋਇਆ ਨਹੀਂ, ਹੁਣ ਮੈਨੂੰ ਸ਼ਰਾਪ ਲੱਗ ਜਾਣਾ। ਉਹ ਮਨੁੱਖ ਇਹਨਾਂ ਕੰਮਾਂ ਵਿੱਚ ਹੀ ਪਏ ਰਹਿੰਦੇ ਆ, ਹਰ ਵੇਲੇ ਡਰ ਜੀਵਨ 'ਚ। ਉਹ ਡਰ ਕੇ ਜਿਉਂਦੇ ਨੇ, ਕਦੀ ਵੀ ਅੰਦਰੋਂ ਉਹਨਾਂ ਦੇ ਡਰ ਖਤਮ ਨਹੀਂ ਹੁੰਦਾ। ਮਾਲਕ ਜੀ ਕਹਿੰਦੇ ਨੇ ਕੌਣ ਹਿਰੈ ਅਭਮਾਨ। ਮਾਲਕ ਜੀ ਕਹਿੰਦੇ ਨੇ ਫਿਰ ਉਹ ਕਿਹੜਾ ਕਰਮ ਧਰਮ ਹੈ, ਕਹਿੰਦੇ ਤੁਸੀਂ ਦੱਸਦੇ ਹੋ ਕਿ ਜਿਹਦੇ ਨਾਲ ਹੰਕਾਰ ਦੂਰ ਹੋ ਜਾਵੇ। ਹੁਣ ਬੰਦਾ ਜਿੰਨੇ ਧਰਮ ਦੇ ਕੰਮ ਕਰਦਾ ਉਹਨਾਂ ਨਾਲ ਹੰਕਾਰ ਹੀ ਜੀਵਨ 'ਚ ਪੈਦਾ ਕਰਦਾ ਆ। ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਭਲਿਆ ਉਹ ਕਿਹੜਾ ਕਰਮ ਆ ਜਿਹਦੇ ਨਾਲ ਤੁਹਾਡਾ ਹੰਕਾਰ ਦੂਰ ਹੋ ਸਕੇ। ਤੁਸੀਂ ਹੰਕਾਰੀ ਦਿਨੋਂ ਦਿਨ ਤਾਂ ਤੁਹਾਡਾ ਜੀਵਨ ਹੰਕਾਰੀ ਬਣ ਰਿਹਾ। ਭਾਈ ਮੈਂ ਇੰਨੇ ਕਰਮ ਕਰ ਲਏ, ਮੈਂ ਇੰਨੇ ਤਰੀਕੇ ਕਰ ਲਏ, ਇੰਨੇ ਪੂਜਾ ਪਾਠ ਕਰ ਲਏ। ਮਾਲਕ ਜੀ ਕਹਿੰਦੇ ਨੇ ਬਾਹਰ ਉਦਕ ਪਖਾਰੀਏ ਘਟ ਪੀਤਰ ਬਵੇਦ ਵਿਕਾਰ। ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਤੁਸੀਂ ਤੀਰਥਾਂ ਦੇ ਇਸ਼ਨਾਨ 'ਤੇ ਜ਼ੋਰ ਦਿੰਦੇ ਹੋ। ਹੁਣ ਬੜੇ ਲੋਕ ਕਹਿੰਦੇ ਭਾਈ ਤੀਰਥਾਂ ਦੇ ਇਸ਼ਨਾਨ ਕਰਕੇ ਆਓ, ਤੁਸੀਂ ਤੀਰਥ ਨਹਾ ਕੇ ਆਓ, ਤੁਹਾਡੇ ਪਾਪ ਪੁੰਨ, ਤੁਹਾਨੂੰ ਸਵਰਗ ਮੁਕਤੀ ਮਿਲੇਗੀ, ਤੁਹਾਨੂੰ ਸੁੱਖ ਮਿਲ ਜਾਵੇਗਾ। ਰਵਿਦਾਸ ਜੀ ਕਹਿੰਦੇ ਨੇ ਕਹਿੰਦੇ ਤੁਸੀਂ ਤੀਰਥਾਂ ਦੇ ਇਸ਼ਨਾਨ 'ਤੇ ਜ਼ੋਰ ਦਿੰਦੇ ਹੋ, ਪਰ ਤੀਰਥਾਂ 'ਤੇ ਜਾ ਕੇ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋ ਹੁੰਦਾ ਆ। ਕਹਿੰਦੇ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋ ਹੁੰਦਾ ਆ। ਘਟ ਭੀਤਰ ਬਵਿੱਧ ਵਿਕਾਰ। ਕਹਿੰਦੇ ਪਰ ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਤਾਂ ਟਿਕੇ ਰਹਿੰਦੇ ਆ, ਤੁਹਾਡਾ ਮਨ ਤਾਂ ਖੋਟਾ ਹੀ ਰਹਿੰਦਾ ਆ। ਤੀਰਥਾਂ 'ਤੇ ਜਾ ਕੇ ਇਸ਼ਨਾਨ, ਹੁਣ ਤੀਰਥਾਂ 'ਤੇ ਜਿਹੜਾ ਕਿਹੜਾ ਪਾਣੀ ਹੋਰ ਹੁੰਦਾ ਆ, ਜਿਹੜਾ ਪਾਣੀ ਘਰ ਵਿੱਚ ਹੁੰਦਾ ਉਹੀ ਤੀਰਥਾਂ 'ਤੇ ਹੁੰਦਾ ਆ। ਤੇ ਸਾਡੇ ਲੋਕ ਜਿਹੜੇ ਅਗਿਆਨੀ ਆ, ਬੇਸਮਝ ਆ, ਉਹ ਕਹਿੰਦੇ ਕਿ ਭਾਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਆਈਏ ਸ਼ਾਇਦ ਪਾਪ ਧੋਤੇ ਜਾਣਗੇ। ਭਲਿਆ ਪਾਣੀ ਭਾਵੇਂ ਜਿੱਥੇ ਮਰਜ਼ੀ ਹੋਵੇ, ਪਾਣੀ ਭਾਵੇਂ ਘਰੇ ਹੋਵੇ, ਪਾਣੀ ਭਾਵੇਂ ਧਾਰਮਿਕ ਸਥਾਨ 'ਤੇ ਹੋਵੇ, ਉਹਨੇ ਧੋਣਾ ਤਾਂ ਸਿਰਫ ਸਰੀਰ ਹੀ ਆ, ਉਹ ਸਾਡਾ ਮਨ ਨਹੀਂ ਧੋ ਸਕਦਾ।
ਤੁਸੀਂ ਸ਼੍ਰੀ ਹਰਿਮੰਦਰ ਸਾਹਿਬ ਵੀ ਚਲੇ ਜਾਵੋ, ਉੱਥੇ ਜਿਹੜਾ ਸਰੋਵਰ ਹੈ, ਉਸ ਸਰੋਵਰ ਦੇ ਪਾਣੀ ਨੇ, ਉਸ ਜਲ ਨੇ ਸਿਰਫ ਸਾਡਾ ਸਰੀਰ ਹੀ ਧੋਣਾ ਆ, ਸਾਡਾ ਮਨ ਨਹੀਂ ਸਾਫ਼ ਹੋ ਸਕਦਾ। ਜੇ ਅਸੀਂ ਇਹ ਗੱਲ ਮੰਨਦੇ ਹਾਂ ਕਿ ਭਾਈ ਸਰੋਵਰ ਵਿੱਚ ਚੁੱਭੀ ਲਾਵਾਂਗਾ ਤੇ ਮੇਰੇ ਪਾਪ ਧੋਤੇ ਜਾਣਗੇ, ਇਹਦਾ ਅਰਥ ਫਿਰ ਗੁਰਬਾਣੀ ਦਾ ਫਿਰ ਕਿਸੇ ਕੰਮ ਵਾਸਤੇ, ਗੁਰੂ ਸਾਹਿਬ ਫਿਰ ਆਖ ਦਿੰਦੇ ਭਾਈ ਆਹ ਸਰੋਵਰ ਭਰ ਦਿੱਤਾ, ਇਹਦੇ ਵਿੱਚ ਇਸ਼ਨਾਨ ਕਰੀ ਜਾਓ, ਬਾਣੀ ਪੜ੍ਹਨ ਦੀ ਤੁਹਾਨੂੰ ਲੋੜ ਹੀ ਨਹੀਂ। ਜੇ ਇਸ ਤਰ੍ਹਾਂ ਹੋ ਜਾਵੇ, ਸਤਿਗੁਰੂ ਜੀ ਕਹਿੰਦੇ ਨੇ ਪਾਣੀ ਚੇਤਨਾ ਧੋਪਈ, ਮੁਖ ਪੀਤੈ ਤਿਖ ਜਾਏ। ਕਹਿੰਦੇ ਪਾਣੀ ਦੇ ਨਾਲ ਤੇਰਾ ਹਿਰਦਾ ਨਹੀਂ ਧੋਤਾ ਜਾ ਸਕਦਾ, ਪਾਣੀ ਦੇ ਨਾਲ ਤੇਰੀ ਪਿਆਸ ਬੁੱਝ ਸਕਦੀ ਆ, ਪਾਣੀ ਦੇ ਨਾਲ ਤੇਰੇ ਸਰੀਰ ਦੀ ਮੈਲ ਉਤਰ ਸਕਦੀ ਆ, ਪਰ ਮਨ ਦੀ ਮੈਲ ਗੁਰੂ ਦੀ ਬਾਣੀ ਨਾਲ ਉਤਰਨੀ ਆ। ਕਹਿੰਦੇ ਸੁਧ ਕਵਨ ਪਰ ਹੋਏ ਬੋ ਸੁਚ ਕੰਚਰ ਵਿਦ ਵਿਵਹਾਰ। ਕਹਿੰਦੇ ਇਸ ਤੀਰਥ ਇਸ਼ਨਾਨ ਦੇ ਨਾਲ ਕੌਣ ਪਵਿੱਤਰ ਹੋ ਸਕਦਾ ਆ? ਕਹਿੰਦੇ ਸੁੱਚ ਤਾਂ ਫਿਰ ਇਹੋ ਜਿਹੀ ਹੁੰਦੀ ਆ ਕਿ ਜਿਵੇਂ ਹਾਥੀ ਦਾ ਇਸ਼ਨਾਨ ਕਰਮ। ਹੁਣ ਜਿਵੇਂ ਹਾਥੀ ਜਿਹੜਾ ਇਸ਼ਨਾਨ ਕਰਦਾ ਆ, ਫਿਰ ਚਿੱਕੜ 'ਚ ਆ ਕੇ, ਮਿੱਟੀ ਕੱਟੇ ਵਿੱਚ ਆ ਕੇ ਆਪਣੇ ਆਪ ਨੂੰ ਲਵੇੜ ਲੈਂਦਾ ਆ, ਇਸੇ ਤਰ੍ਹਾਂ ਮਨੁੱਖ ਵੀ ਤੀਰਥਾਂ 'ਤੇ ਇਸ਼ਨਾਨ ਕਰਦਾ ਆ, ਦੁਬਾਰਾ ਫਿਰ ਆਪਣੇ ਮਨ ਨੂੰ ਖੋਟਾ ਕਰ ਲੈਂਦਾ ਆ, ਮਨ ਨੂੰ ਮਾੜੇ ਕੰਮਾਂ ਵੱਲ ਜੋੜ ਕੇ ਫਿਰ ਮਨ ਮੈਲਾ ਹੋ ਜਾਂਦਾ ਆ। ਕਦੇ ਮਨ ਤਾਂ ਧੋਤਾ ਨਹੀਂ ਗਿਆ, ਸਰੀਰ ਧੋ ਲਿਆ। ਅੱਜ ਅਸੀਂ ਸਰੀਰ ਨੂੰ ਧੋਣ 'ਤੇ ਜ਼ੋਰ ਦੇ ਰਹੇ ਹਾਂ, ਪਰ ਗੁਰੂ ਪਿਆਰ ਬੜੇ ਥੋੜ੍ਹਾ ਬਹੁਤਾ ਜ਼ੋਰ ਜੇਕਰ ਮਨ ਨੂੰ ਧੋਣ ਵਾਲੇ ਪਾਸੇ ਲਾ ਲਈਏ ਨਾ, ਤੇ ਸਾਡੇ ਘਰਾਂ 'ਚੋਂ ਲੜਾਈ ਝਗੜੇ ਖਤਮ ਹੋ ਜਾਣ, ਸਾਡੇ ਘਰਾਂ 'ਚੋਂ ਕਲੇਸ਼ ਚਲੇ ਜਾਣ, ਦੁੱਖ ਖਤਮ ਹੋ ਜਾਣ, ਸਾਡੇ ਘਰਾਂ 'ਚ ਸੁੱਖ ਆ ਜਾਣ। ਜੇਕਰ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਪੜ੍ਹ ਕੇ, ਸੁਣ ਕੇ ਆਪਣੇ ਜੀਵਨ ਅੰਦਰ ਚੰਗੇ ਕੰਮ ਕਰਨੇ ਸ਼ੁਰੂ ਕਰ ਦਈਏ, ਤੇ ਸਾਡਾ ਜੀਵਨ ਪਵਿੱਤਰ ਸੋਹਣਾ ਬਣ ਜਾਵੇਗਾ। ਰਵਿਦਾਸ ਮਹਾਰਾਜ ਜੀ ਨੇ ਅੱਜ ਇਹਨਾਂ 4 ਬੰਦਾਂ ਦੇ ਵਿੱਚ, ਪਹਿਲੇ 4 ਬੰਦਾਂ ਦੇ ਵਿੱਚ ਉਹਨਾਂ ਕਰਮ ਕਾਂਡਾਂ ਨੂੰ ਕਰਨ ਵਾਲੇ ਲੋਕਾਂ ਨੂੰ ਸਵਾਲ ਕੀਤਾ, ਜਿਹੜੇ ਲੋਕ ਇਹ ਗੱਲ ਮੰਨਦੇ ਭਾਈ ਇਹ ਕਰਮ ਕਾਂਡ, ਇਹ ਰਸਮ ਰਿਵਾਜ ਕਰਨ ਦੇ ਨਾਲ ਸਾਡੇ ਘਰ 'ਚ ਸੁੱਖ ਹੋਣਾ, ਮੁਕਤੀ ਹੋਣੀ, ਜਨਮ ਸਫਲਾ ਹੋਣਾ। ਰਵਿਦਾਸ ਮਹਾਰਾਜ ਜੀ ਕਹਿੰਦੇ ਕੋਈ ਮੈਨੂੰ ਇਹੋ ਜਿਹਾ ਕਰਮ ਦੱਸੋ ਤਾਂ ਸਹੀ ਜਿਹਦੇ ਨਾਲ ਮੇਰਾ ਜੀਵਨ ਮਨੋਰਥ ਸਫਲ ਹੋਵੇ, ਜਿਹਦੇ ਨਾਲ ਮੇਰੀ ਮੱਤ ਉੱਚੀ ਹੋਵੇ। ਰਵਿਦਾਸ ਮਹਾਰਾਜ ਜੀ ਨੇ ਅਗਲੇਰੇ 4 ਬੰਦਾਂ ਦੇ ਵਿੱਚ ਉਹ ਕਰਮ ਕਰਨ ਵਾਸਤੇ ਸਾਨੂੰ ਆਖਿਆ ਜਿਨ੍ਹਾਂ ਨਾਲ ਸਾਡਾ ਜੀਵਨ ਵਾਕਈ ਮੁਕਤ ਹੋ ਜਾਂਦਾ, ਜੀਵਨ ਸਾਡਾ ਬੁਰਾਈਆਂ ਤੋਂ, ਵਿਕਾਰਾਂ ਤੋਂ ਬਚ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।